ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਰਦਾਸ ਆਪ ਦੇ ਸਾਹਮਣੇ ਫੇਰ ਹਾਜ਼ਰ ਹੈ ਜੀ। ਕੁਝ ਬੇਨਤੀਆਂ ਵਰਤਮਾਨ ਸਮੇਂ ਦੇ ਜਿਹੜੇ ਤਿਉਹਾਰ ਮਨਾਏ ਜਾਂਦੇ ਨੇ, ਦੋ ਤਿਉਹਾਰ ਹੁਣ ਪਿਛਲੇ ਦਿਨੀ ਸਾਰਿਆਂ ਨੇ ਮਨਾਏ, ਕਈਆਂ ਨੇ ਆਪਣੇ ਵਿੱਚ ਵੀ ਮਨਾਉਂਦੇ ਆ। ਉਹਨਾਂ ਦੇ ਸੰਬੰਧ ਵਿੱਚ ਕੁਛ ਇੱਕ ਬੇਨਤੀਆਂ ਆਪ ਜੀ ਦੇ ਸਾਹਮਣੇ ਰੱਖਣੀਆਂ। ਇੱਕ ਤਾਂ ਤਿਉਹਾਰ ਨੈਸ਼ਨਲ ਫੈਸਟੀਵਲ ਜਿਹਨੂੰ ਕਿਹਾ ਜਾਂਦਾ ਇੰਡੀਪੈਂਡੈਂਸ ਡੇ, ਦੂਜਾ ਰੱਖੜੀ। ਰੱਖੜੀ ਦਾ ਤਾਂ ਇੱਥੋਂ ਤੱਕ ਗੱਲ ਆ ਗਈ ਹੈ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਫੋਟੋ ਬਣਾ ਕੇ ਉਹਨਾਂ ਨੂੰ ਭੈਣ ਨਾਨਕੀ ਕੋਲੋਂ ਰੱਖੜੀ ਬਣਾਉਂਦੇ ਫੋਟੋਗ੍ਰਾਫ ਬਣਾ ਦਿੱਤਾ ਹੈ, ਜਸਟ ਇਹ ਪ੍ਰੂਵ ਕਰਨ ਵਾਸਤੇ ਕਿ ਗੁਰੂ ਨਾਨਕ ਸਾਹਿਬ ਨੇ ਵੀ ਰੱਖੜੀ ਬਣਾਈ ਅਤੇ ਸਾਰਿਆਂ ਨੂੰ ਰੱਖੜੀ ਬਣਾਉਣੀ ਚਾਹੀਦੀ ਹੈ। ਇਹ ਫੈਸਟੀਵਲ ਸਾਡੇ ਉੱਤੇ ਜਿਵੇਂ ਇੰਪੋਜ਼ ਕੀਤਾ ਗਿਆ ਹੈ। ਹੁਣ ਇੱਕ ਪਾਸੇ ਦੇਖੀਏ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿੱਥੇ ਬਚਪਨ ਦੇ ਵਿੱਚ ਹੀ ਪਾਂਡੇ ਨੂੰ ਅਪੋਜ਼ ਕਰ ਰਹੇ ਨੇ ਕਿ ਮੈਂ ਜਨੇਊ ਧਾਰਨ ਨਹੀਂ ਕਰਨਾ, ਕਿਉਂ? ਉਹਦਾ ਸਾਰਾ ਡਿਸਕ੍ਰਿਪਸ਼ਨ ਗੁਰੂ ਸਾਹਿਬ ਆਪ ਫਰਮਾਨ ਕਰ ਰਹੇ ਨੇ। ਦਇਆ ਕਪਾ ਸੰਤੋਖ ਸੁਧ ਜਤ ਗੰਢੀ ਸਤਵਟ ਏ ਜਨੀ ਜੀਵ ਕਹਾਈ ਤਪਾਂਦੇ ਕਤ। ਤੇ ਉਹ ਸਾਰਾ ਡਿਸਕ੍ਰਿਪਸ਼ਨ ਸਾਡੇ ਸਾਹਮਣੇ, ਇੱਕ ਪਾਸੇ ਉਹ ਅਪੋਜ਼ ਕਰ ਰਹੇ ਨੇ, ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਉਹ ਰੱਖੜੀ ਬਣਾ ਰਹੇ ਨੇ। ਫਿਜ਼ੀਕਲ ਤੌਰ 'ਤੇ ਕਰਮਕਾਂਡ ਨੂੰ ਜਿੱਥੇ ਇੱਕ ਪਾਸੇ ਅਪੋਜ਼ ਕਰ ਰਹੇ ਨੇ ਗੁਰਬਾਣੀ ਦੇ ਵਿੱਚ, ਦੂਸਰੇ ਪਾਸੇ ਉਹਨਾਂ ਨੂੰ ਕਰਮਕਾਂਡ ਕਰਦੇ ਫੋਲੋ ਕਰਦੇ ਦਿਖਾਇਆ ਗਿਆ ਹੈ, ਜਸਟ ਇਸ ਵਾਸਤੇ ਕਿ ਅਸੀਂ ਉਹਦੇ ਰਹੱਸ ਨੂੰ ਨਾ ਸਮਝਦੇ ਹੋਏ ਅਸੀਂ ਫਿਜ਼ੀਕਲ ਤੌਰ 'ਤੇ ਕਰਮਕਾਂਡ ਕਰਦੇ ਰਹੀਏ। ਹੁਣ ਜੇ ਇਸ ਤਿਉਹਾਰ ਨੂੰ ਦੇਖੀਏ, ਫਰਜ਼ ਕਰੋ ਇੱਕ ਪਰਿਵਾਰ ਦੇ ਵਿੱਚ ਨਾਲ ਦੋ ਭਰਾ ਨੇ, ਇੱਕ ਦੇ ਦੋ ਬੇਟੀਆਂ ਨੇ, ਇੱਕ ਦੇ ਇੱਕ ਬੇਟਾ ਇੱਕ ਬੇਟੀ ਹੈ, ਤੇ ਕੀ ਹੋਣ ਵਾਲਾ ਹੈ ਜੀ? ਇੱਕ ਦੇ ਘਰੇ ਖੁਸ਼ੀ ਹੋਣ ਵਾਲੀ ਹੈ ਰੱਖੜੀ ਦੇ ਤਿਉਹਾਰ 'ਤੇ, ਇੱਕ ਦੇ ਘਰੇ ਗਮ ਹੋਣ ਵਾਲਾ ਹੈ। ਕਿਉਂ? ਕਿਉਂਕਿ ਉਹਦਾ ਭਰਾ ਹੈ ਨਹੀਂ। ਹੁਣ ਰੱਖੜੀ ਮੈਂ ਕਿਹਨੂੰ ਬੰਨਾਂ? ਇਸ ਤਰ੍ਹਾਂ ਦਾ ਕੋਈ ਵੀ ਫੈਸਟੀਵਲ ਸਾਡੇ ਵਾਸਤੇ ਨਹੀਂ ਗੁਰੂ ਸਾਹਿਬਾਂ ਨੇ ਅਲਾਉ ਕੀਤਾ, ਇਸ ਨੂੰ ਸਮਝਣਾ ਹੈ। ਦੂਜਾ, ਜੇ ਭਰਾ ਛੋਟਾ ਹੈ, ਕਹਿੰਦੇ ਕਿ ਪਾਓ ਕਿ ਭੈਣ ਰੱਖੜੀ ਬਣ ਰਹੀ ਹੈ, ਕਿਉਂ ਬਣ ਰਹੀ ਹੈ ਵੀ? ਕਿ ਉਹ ਕਮਿਟਮੈਂਟ ਲੈ ਰਹੀ ਹੈ, ਉਹ ਵਾਅਦਾ ਲੈ ਰਹੀ ਹੈ, ਉਹ ਪ੍ਰਤਿੱਗਿਆ ਕਰਾ ਰਹੀ ਹੈ ਕਿ ਤੂੰ ਮੇਰੀ ਰੱਖਿਆ ਕਰੇਗਾ। ਫਰਜ਼ ਕਰੋ ਭਰਾ ਛੋਟਾ ਹੈ, ਭੈਣ ਵੱਡੀ ਹੈ। ਭੈਣ ਉਦੋਂ ਸਾਂਭ ਸੰਭਾਲ ਕਰਦੀ ਹੈ ਛੋਟੇ ਭਰਾ ਦੀ, ਹੁਣ ਛੋਟਾ ਭਰਾ ਕਿੱਥੋਂ ਰੱਖਿਆ ਕਰੇਗਾ? ਪ੍ਰੈਕਟੀਕਲੀ ਫਿਜ਼ੀਬਲ ਨਹੀਂ ਲੱਗਦਾ। ਅਤੇ ਦੂਜਾ, ਗੁਰੂ ਸਾਹਿਬਾਂ ਨੇ ਸਾਨੂੰ ਸਾਰਿਆਂ ਨੂੰ ਸਮਾਨ ਦ੍ਰਿਸ਼ਟੀ ਨਾਲ, ਜਿੱਥੇ ਕਕਾਰ ਦੇ ਧਾਰਨੀ ਸਿੰਘਾਂ ਨੂੰ ਬਣਾਇਆ ਹੈ, ਉੱਥੇ ਕਕਾਰ ਦੇ ਧਾਰਨੀ ਭੈਣਾਂ ਨੂੰ ਵੀ ਬਣਾਇਆ, ਸਿੰਘਣੀਆਂ ਨੂੰ ਵੀ, ਕਿ ਤੁਸੀਂ ਆਪ ਕਕਾਰ ਦੇ ਧਾਰਨੀ ਹੋਵੋ, ਨਿਤਨੇਮ ਕਰੋ, ਗੁਰੂ ਸਾਹਿਬ ਦੇ ਨਾਲ ਕਨੈਕਟਡ ਰਹੋ, ਉਸ ਅਕਾਲ ਦੇ ਨਾਲ, ਅਕਾਲ ਪੁਰਖ ਦੇ ਨਾਲ, ਅਤੇ ਉਹਦੀ ਸ਼੍ਰੀਮਤ, ਉਹਦੀ ਸੁਰੱਖਿਆ ਦੀ, ਉਹਦੀ ਸ਼ਕਤੀ ਦੇ ਨਾਲ ਤੁਸੀਂ ਆਪਣੀ ਰੱਖਿਆ ਕਰਨੀ। ਹੁਣ ਜੇ ਮੰਨ ਲਓ ਫਿਜ਼ੀਕਲੀ ਵੀ ਆਪਾਂ ਦੇਖੀਏ ਕਿ ਭਰਾ ਕਿਤੇ ਹੋਰ ਹੈ, ਭੈਣ ਕਿਤੇ ਹੋਰ ਹੈ, ਅਤੇ ਹੁਣ ਕਿਸ ਤਰ੍ਹਾਂ ਰੱਖਿਆ ਹੋਵੇਗੀ? ਨਹੀਂ ਹੋ ਸਕਦੀ। ਇਹ ਉਹੀ ਰੱਖਿਆ ਕਰ ਸਕਦਾ ਹੈ। ਆਪਾਂ ਉਸ 'ਤੇ ਡਿਸਕ੍ਰਿਪਸ਼ਨ ਡਿਟੇਲ ਕਰਦੇ ਹਾਂ। ਹੋਰ ਗੱਲ, ਹੁਣ ਇਸ ਨੂੰ ਕਮਰਸ਼ੀਅਲਾਈਜ਼ ਕੀਤਾ ਜਾ ਰਿਹਾ ਹੈ ਸਾਰੇ ਧਰਮਾਂ ਦੇ ਵਿੱਚ। ਹੁਣ ਆਪਾਂ ਦੇਖੋ, ਭੈਣਾਂ ਨੂੰ ਚਾਅ ਰਹਿੰਦਾ ਹੈ ਕਿ ਮੈਂ ਰੱਖੜੀ ਬੰਨਾਂਗੀ ਅਤੇ ਕੀ ਹੋਣ ਵਾਲਾ, ਰਿਟਰਨ ਦੇ ਵਿੱਚ ਮੈਨੂੰ ਉਹਦਾ ਬੈਨੀਫਿਟ ਮਿਲੇਗਾ, ਕੋਈ ਗਿਫਟ ਦੇ ਤੌਰ 'ਤੇ, ਕੋਈ ਮੋਨੀਟਰੀ ਪੈਸੇ ਦੇ ਤੌਰ 'ਤੇ। ਮੰਨ ਲਓ ਭਰਾ ਗਰੀਬ ਹੈ, ਜੇ ਇੱਕ ਭਰਾ ਪੈਸੇ ਵਾਲਾ, ਇੱਕ ਗਰੀਬ ਹੈ, ਗਰੀਬ ਕੋਲ ਭੈਣ ਜਾਂਦੀ ਨਹੀਂ ਤਾਂ ਕਰਕੇ ਕਿ ਉਹਦੇ ਕੋਲ ਪੈਸੇ ਨਹੀਂ ਕਿ ਮਿਲਣੇ ਮੈਨੂੰ, ਮੈਂ ਖਰਚਾ ਕਰਾਂਗੀ 500 ਰੁਪਈਆ, ਮੈਨੂੰ ਮਿਲਣਾ 100 ਰੁਪਈਏ। ਅਤੇ ਇਹ ਗੱਲ ਨੂੰ ਸਮਝਣਾ ਹੈ, ਇਹ ਸਾਰੀ ਚੀਜ਼ਾਂ ਕਮਰਸ਼ਲਾਈਜ਼ ਕੀਤੀ ਜਾ ਰਹੀਆਂ ਨੇ, ਜਿੱਥੇ ਭੈਣ ਭਰਾ ਦਾ ਇੱਕ ਪਿਓਰ ਫੀਲਿੰਗ ਹੈ। ਅਤੇ ਭੈਣ ਭਰਾ ਦੀ ਗੱਲ ਕਿਉਂ?
ਜੇ ਸਾਡੀ ਰਹਿਤ ਦੇ ਵਿੱਚ ਤਾਂ ਇੱਥੋਂ ਤੱਕ ਹੈ ਕਿ ਛੋਟੀ ਨੂੰ ਬੱਚੀਆਂ ਜਾਣਨਾ, ਬਰਾਬਰ ਦੀਆਂ ਨੂੰ ਭੈਣਾਂ ਜਾਣਨਾ ਤੇ ਵੱਡੀਆਂ ਨੂੰ ਮਾਂ ਦੇ ਬਰਾਬਰ ਜਾਣਨਾ। ਅਸੀਂ ਤਾਂ ਸਾਰਿਆਂ ਲਈ ਸਮਾਨ ਦ੍ਰਿਸ਼ਟੀ ਹੋਣੀ ਚਾਹੀਦੀ ਹੈ, ਨਹੀਂ ਹੋਣੀ ਚਾਹੀਦੀ। ਇਹ ਪੱਕਾ ਕਰਨਾ ਹੈ ਅਸੀਂ ਕਿ ਸਾਰਿਆਂ ਵਾਸਤੇ ਸਮਾਨ ਦ੍ਰਿਸ਼ਟੀਕੋਣ, ਐਂਗਲ ਮੇਰਾ ਸਮਾਨ ਹੋਵੇ। ਹੋ ਸਕਦਾ ਹੈ, ਨਹੀਂ ਹੋ ਸਕਦਾ, ਕਰਨਾ ਹੈ। ਹੁਣ ਜੇ ਬੰਨਣੀ ਵੀ ਹੈ ਰੱਖੜੀ, ਜੇ ਕਰੋ ਹੁਣ ਪੱਕਾ ਕਰ ਹੀ ਲਿਆ ਹੈ ਕਿ ਹੁਣ ਬਣਾਉਣੀ ਹੈ, ਬੰਨਣੀ ਹੈ, ਤੇ ਹਿੰਦੀ ਦੇ ਵਿੱਚ ਆਉਂਦਾ ਰਾਖੀ, ਰਾਖੀ ਦਾ ਤਿਉਹਾਰ। ਤੇ ਗੁਰਬਾਣੀ ਮੋਹਰ ਲਾ ਰਹੀ ਹੈ ਜੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਉਹਨੇ ਰੱਖਣੀ ਹੈ ਜੀ, ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕੇ ਹੈ ਸੰਗ। ਜਿਨ੍ਹਾਂ ਦੇ ਤੂੰ ਸੰਗ ਹੈ, ਘਰ ਬਾਹਰ ਤੇਰਾ ਹੀ ਪ੍ਰਵਾਸਾ ਹੈ ਜੀ, ਤੂੰ ਹੀ ਰੱਖਣ ਵਾਲਾ ਹੈ। ਰਾਖਾ ਏਕ ਹਮਾਰਾ ਸੁਆਮੀ, ਉਹੀ ਰੱਖਣ ਵਾਲਾ ਹੈ। ਜੇ ਫਰਜ਼ ਕਰੋ ਉਹ ਰੱਖਣ ਤੇ ਆ ਜਾਵੇ, ਹੈ ਨਾ। ਜਾਗੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ, ਨਹੀਂ ਕਹਿੰਦੇ। ਤੇ ਇੰਨੀ ਸ਼ਕਤੀ ਉਹਦੇ ਕੋਲੋਂ ਲੈ ਕੇ ਹੁਣ ਸਾਰਿਆਂ ਨੂੰ ਆਪਣੀ ਰੱਖਿਆ ਕਰਨੀ ਹੈ। ਜੇ ਫਰਜ਼ ਕਰੋ, ਜੇ ਵਿਕਾਰਾਂ ਦੇ ਵਸ਼ੀਭੂਤ ਅਸੀਂ ਹੁੰਨੇ ਆ, ਅਸੀਂ ਵਿਕਾਰਾਂ ਦੇ ਕੰਟਰੋਲ ਦੇ ਵਿੱਚ, ਗੁਰਬਾਣੀ ਦੇ ਵਿੱਚ ਆ ਰਹੇ ਕਿ ਇਹਨ ਪੰਚਨ ਸਿਓ ਮੇਰੋ ਮਨ ਮੋਇਓ, ਮੇਰੇ ਮਨ ਨੇ, ਇਹਨਾਂ ਨੇ ਪੰਜਾਂ ਨੇ ਫੜ ਕੇ ਰੱਖਿਆ ਹੈ। ਜੇ ਮੈਂ ਇਹਨਾਂ ਨੂੰ ਛੱਡੂਗਾ ਨਹੀਂ, ਜੇ ਮੇਰੇ ਮਨ ਅੰਦਰ ਹੀ ਵਿਕਾਰ ਨੇ, ਤੇ ਮੇਰੀ ਰੱਖਿਆ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਮੈਂ ਸੁਤੰਤਰਤਾ ਦਾ, ਇੰਡੀਪੈਂਡੈਂਸ ਦਾ ਆਨੰਦ ਨਹੀਂ ਲੈ ਸਕਦਾ। ਖਾਲਸੇ ਨੂੰ ਬੇਪਰਵਾਹ ਬਣਾਇਆ ਹੈ, ਖਾਲਸੇ ਨੂੰ ਬੇਤਾਜ ਬਾਦਸ਼ਾਹ ਬਣਾਇਆ ਹੈ ਗੁਰੂ ਸਾਹਿਬਾਂ ਨੇ। ਕਿਉਂ ਬਣਾਇਆ? ਸਿਰਫ ਇਸੇ ਗੱਲ ਦੇ ਆਧਾਰ ਤੇ, ਧਨ ਜੀਓ ਤਹਿ ਕੋ ਜਗ ਮੈਂ, ਖਾਲਸਾ ਸੋਈ ਕਰੇ ਨਿਤ ਜੰਗ। ਮਨ ਦੇ ਅੰਦਰ ਉਹ ਜੰਗ ਆਪਣੀ ਬੁਰਾਈਆਂ ਦੇ ਅਗੇਂਸਟ, ਆਪਣੀ ਕਮੀ ਕਮਜ਼ੋਰੀਆਂ ਦੇ ਅਗੇਂਸਟ। ਧਨ ਜੀਓ ਤਹਿ ਕੋ ਜਗ ਮੈਂ, ਮੁਖ ਤੇ ਹਰ ਹੋਵੇ, ਹਰੀ ਦਾ ਨਾਮ ਹੋਵੇ, ਚਿੱਤ ਮੈਂ ਜੁਧ ਵਿਚਾਰੇ। ਕਿਉਂਕਿ ਦੇਹ ਅਨਿਤ ਨਾ ਨਿਤ ਰਹੇ, ਇਹ ਵਿਨਾਸ਼ੀ ਹੈ, ਇਹ ਖਤਮ ਹੋਣ ਵਾਲੀ ਹੈ ਸਰੀਰ। ਅੱਜ ਨਹੀਂ ਤਾਂ ਕੱਲ੍ਹ ਇਹਨੇ ਮੁੱਕ ਜਾਣਾ ਹੈ। ਤੇ ਮੈਨੂੰ ਇਸ ਤੋਂ ਨਿਆਰਾ ਪਿਆਰਾ ਬਣਨਾ ਪੈਣਾ ਹੈ ਉਹਦੀ ਸ਼ਕਤੀ ਦੇ ਨਾਲ। ਹੁਣ ਕਿਸ ਤਰ੍ਹਾਂ ਮਾਣੀਏ ਇੰਡੀਪੈਂਡੈਂਸ ਨੂੰ, ਸੁਤੰਤਰਤਾ ਨੂੰ ਕਿਸ ਤਰ੍ਹਾਂ ਫੀਲ ਕਰੀਏ, ਐਕਸਪੀਰੀਅੰਸ ਕਰੀਏ। ਬਾਹਰ ਤੋਂ ਕਹਿਣ ਤੋਂ ਭਾਵ ਅਸੀਂ ਸੁਤੰਤਰ ਹੋ ਗਏ, ਅੰਗਰੇਜ਼ ਚਲੇ ਗਏ, ਹੁਣ ਅਸੀਂ ਆਜ਼ਾਦ ਦੇਸ਼ ਦੇ ਰਹਿਣ ਵਾਲੇ ਹਾਂ। ਇਹ ਗੱਲ ਠੀਕ ਹੈ, ਮੁਬਾਰਕ ਹੈ, ਪਰ ਹੁਣ ਸੱਚੀ ਆਜ਼ਾਦੀ ਅਸੀਂ ਮੰਨਣੀ ਹੈ। ਕਿਹੜੀ? ਕਿ ਬੁਰਾਈਆਂ ਤੋਂ ਮੁਕਤ, ਕਮੀ ਕਮਜ਼ੋਰੀਆਂ ਤੋਂ ਮੁਕਤੀ, ਇਹ ਮੁਕਤੀ ਚਾਹੀਦੀ ਹੈ। ਕਿਸ ਆਧਾਰ ਤੇ ਹੋਣ ਵਾਲਾ ਹੈ? ਸਭ ਤੋਂ ਪਹਿਲਾਂ ਸਮਰਪਣ ਦੇ ਆਧਾਰ ਤੇ, ਆਪਾ ਵਾਰਨ ਦੇ ਆਧਾਰ ਤੇ। ਹੁਣ ਆਪਾਂ ਫਤਿਹ ਬੁਲਾਈ ਦੀ ਹੈ, ਕੀ ਕਹੀਦਾ ਜੀ? ਵਾਹਿਗੁਰੂ ਜੀ ਕਾ ਖਾਲਸਾ। ਖਾਲਸਾ ਕਿਹਦਾ ਹੈ ਜੀ? ਵਾਹਿਗੁਰੂ ਦਾ। ਫਤਿਹ ਇਸ ਆਧਾਰ ਤੇ ਹੋਣ ਵਾਲੀ ਹੈ, ਸਮਰਪਣ। ਸਾਰਾ ਕੁਝ ਆਪਾਂ ਉਹਦੇ ਉੱਤੇ ਵਾਰ ਦੇਣਾ, ਫਿਰ ਉਹਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਦੇ ਵਿੱਚ ਲਿਆਉਣਾ। ਰਹਿਣੀ ਰਹੇ ਸੋਈ ਸਿੱਖ ਮੇਰਾ। ਜਿਵੇਂ ਸਿੱਖ ਬਣਨਾ ਹੈ, ਉਹਦੀ ਸਿੱਖਿਆਵਾਂ ਨੂੰ, ਉਹਦੀ ਰਹਿਤ ਮਰਿਆਦਾ ਨੂੰ ਜੀਵਨ ਦਾ ਹਿੱਸਾ ਬਣਾਉਣਾ ਪੈਣਾ ਹੈ। ਇਸ ਗੱਲ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਪੈਣਾ ਹੈ। ਨਹੀਂ ਤਾਂ ਫਿਰ ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿ ਦੇਣਾ ਹੈ ਜੀ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਰਹਿਤ ਤੇ ਨਾਲ ਅੰਦਰ ਆਪਣੀ ਚੈਕਿੰਗ, ਕਮੀ ਕਮਜ਼ੋਰੀਆਂ, ਬੁਰਾਈਆਂ, ਇੱਕ ਇੱਕ ਚੀਜ਼, ਭਾਵੇਂ ਕੋਈ ਵਿਅਕਤੀ ਹੈ, ਕੋਈ ਬੰਦਾ ਹੈ, ਭਾਵੇਂ ਕੋਈ ਚੀਜ਼ ਹੈ, ਕੋਈ ਫਿਜ਼ੀਕਲ ਚੀਜ਼ ਹੋ ਸਕਦੀ ਹੈ। ਸਾਇੰਸ ਦੇ ਗੈਜਟਸ ਨੇ, ਇਹਦੇ ਵੀ ਅਸੀਂ ਕੰਟਰੋਲ ਦੇ ਵਿੱਚ ਆ ਰਹੇ ਹਾਂ। ਇਹਨਾਂ ਤੋਂ ਵੀ ਮੁਕਤੀ, ਹੌਲੀ ਹੌਲੀ ਇਹਨਾਂ ਤੋਂ ਵੀ ਮੁਕਤੀ। ਇਹ ਮੈਨੂੰ ਕੰਟਰੋਲ ਨਾ ਕਰਨ, ਮੇਰੇ ਕੰਟਰੋਲ ਦੇ ਅੰਡਰ ਸਾਰਾ ਹੋਵੇ, ਤਾਂ ਹੋ ਸਕਦਾ ਹੈ। ਗੁਰੂ ਸਾਹਿਬਾਂ ਦੀ ਸੇਧ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਮੈਂ ਆਤਮਾ ਇਸ ਸਰੀਰ ਨੂੰ ਕੰਟਰੋਲ ਕਰਨ ਵਾਲੀ, ਮੂਲ ਪਛਾਣੇ ਤਾਂ ਸੌ ਜਾਣੇ। ਉਸ ਪਿਤਾ ਪਰਮਾਤਮਾ ਤੋਂ ਸ਼ਕਤੀ ਆ ਰਹੀ ਹੈ, ਐਨਰਜੀ,
उस शक्ति के आधार पर मैं मेरी सुरक्षा भी हो रही है तो मैं बुराइयां तो मुक्त होके इंडिपेंडेंस का भी एक्सपीरियंस कर रहा हैगा। ये सारिया गल्लां नाल नाल हो रही तो इस गल नूं अपने जीवन दे विच चंगी तरह धारण करना है। कर्म कांडां दे विच नहीं जाना। गुरु साहिबां ने साफ सानूं वर्जित किया है तो वज्र कुरैता तो बच के रहना। अजकल तो सारे कहते की फर्क पैंदा है, जो करना है करो, असीं तो अपने मन के मालिक हाँ। मन के मालिक नहीं है असीं, मन साडा मालिक है। असीं मन के पिछे पिछे भज रहे हैं। बल्कि होना की चाहिए, मन साडे कहे ते चले, असीं मन के कहे ते ना चलीए, मन साडे कहे ते चले, फिर गल बनती है। मन के कंट्रोल युद्ध विचारे, मन के विच युद्ध चले। युद्ध कहने तो भाव अपनी कमी कमजोरियां के उत्ते विजय प्राप्त करना, उन्होंने समाप्त करना, खत्म करना, उहदी किरपा दे नाल, उहदी सिक्ख्यावां दे नाल, उहदी शक्ति दे नाल। ते इतनी एक बेनतियां इन्हां दोवां दिनां दे विच खास कर ध्यान सानूं देनियां पैणियां, क्योंकि जिथे गुरु साहिबां ने सानूं सेहत बख्शी है, इस सेहत ते चलना साडा ये करतब फर्ज बनता है। जे असीं गुरु साहिबां दे बणे आ, जे उहदे जीवन उहदी सिक्ख्यावां नूं अपने जीवन दे विच धारण करिए तां असीं बहुत सोहना जीवन आनंद माण सकते हैं। उहदे पिता परमात्मा की याद दे नाल फिर सानूं आनंद पिया, मेरी माए सतगुरु मैं पाया। हर परिस्थिति दे विच, हर कंडीशन दे विच आनंद, खेड़ा, खुशी, वो अनाद नाद तां हो सकता है जे बुराइयां तो असीं मुक्त होंदे जाइए। एक पासे बेनती भी करनी है तुसीं आप छड़ाओ, दूजे पासे नाल नाल पुरुषार्थ भी करना है इन्हां नूं छड्डण दा। जे एक पासे असीं कहने हैं कि कौडे राखश नूं, भूमे डाकू वर्गे नूं, ये सारिਆਂ ਨੂੰ ਉਹਨਾਂ ने गुरु साहिबां ने, गुरु नानक देव जी महाराज ने चंगे राह पाया। किस कंडीशन ते? उन्होंने गुरु साहिबां नूं मिल के जदों रियलाइज़ किया कि असीं गलत हाँ, उन्होंने फिर भुल बख्शाई कि महाराज हुण सानूं बख्श दिओ, अगे तो असीं ये गल मिसटेक नहीं करांगे। इस कंडीशन ते जे वो कहंदे कि हुण बख्श दिओ, अगे यही करते रहांगे, फिर उन्होंने भुल, उन्हों की भुल नहीं सी बख्शाई जानी सी। हुण सानूं भी अज तो बाद यही करना पैना। अज तो बाद असीं कोशिश करांगे अपनी कमी कमजोरियां नूं दूर करन दा। उस अकाल पुरख वाहिगुरू की शक्ति नूं लैके जिस तरह वो सेहत बख्श रहा है, उस शक्तियां दे रहा है, उस अनुसार अपने जीवन नूं चंगा सोहना बनाउण दी जाच उहदे कोलों सीख के अपने जीवन नूं बहुत सुंदर बनाउणा। इतनियां एक बेनतियां प्रवान करनियां जी। होईयां भुल्लां चुक्कां दी खिमा सारी गज के फतेह बुलाओ। वाहिगुरू जी का खालसा, वाहिगुरू जी की फतेह।